ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਵਿਨੀਤ ਕਪੂਰ ਔਰ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਆਰਡਰ ਆਏ ਉਸ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤੇ ਹੁਣ ਗੱਲ ਚੱਲੀ ਸੀ ਕਿ ਆਖਿਰ ਅਗਲੀ ਰਾਹ ਕੀ ਹੋਏਗੀ ਕੁੰਵਰ ਵਿਜੇ ਪ੍ਰਤਾਪ ਦੀ। ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਹਰਿਆਣਾ ਜਿਹੜੀ ਬਾਰ ਕੌਂਸਲ ਹੈ ਉਸ ਤੋਂ ਲਾਇਸੈਂਸ ਲਿਆ, ਯਾਨੀ ਹੁਣ ਵਕਾਲਤ ਕਰਨੀ ਸ਼ੁਰੂ ਕਰਨਗੇ ਕੁੰਵਰ ਵਿਜੇ ਪ੍ਰਤਾਪ। ਇਸ ਤਰ੍ਹਾਂ ਦੀ ਉਹ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਪੰਜਾਬ ਹਰਿਆਣਾ ਅਗਰ ਬਾਰ ਕੌਂਸਲ ਦੀ ਗੱਲ ਕਰੀਏ, ਉਹਨਾਂ ਨੇ ਡਿਸਪਲਿਨਰੀ ਜਿਹੜੀ ਕਮੇਟੀ ਹੈ ਉਸ ਦਾ ਮੈਂਬਰ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਬਣਾਇਆ। ਲੇਕਿਨ ਜਦੋਂ ਇਹ ਮੈਂਬਰ ਬਣਾਇਆ ਗਿਆ ਤੇ ਜਿਹੜੇ ਨਿਯਮ ਨੇ, ਜਿਹੜੇ ਸਾਰੇ ਕਹਿ ਸਕਦੇ ਹਾਂ ਕਿ ਜਿਸ ਢੰਗ ਦੇ ਨਾਲ ਆ ਡਿਸਪਲਿਨਰੀ ਕਮੇਟੀ ਦਾ ਮੈਂਬਰ ਬਣਾਇਆ ਜਾਣਾ ਸੀ, ਉਸ ਵੇਲੇ ਜਿਹੜੇ ਨਿਯਮ ਨੇ ਉਹਨਾਂ ਨੂੰ ਤਾਕ ਤੇ ਰੱਖਿਆ ਗਿਆ, ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਅਗਰ ਆਪਾਂ ਐਡਵੋਕੇਟ ਬਲਤੇਜ ਸਿੰਘ ਸਿੱਧੂ ਦੀ ਗੱਲ ਕਰੀਏ, ਉਹਨਾਂ ਨੇ ਇਤਰਾਜ਼ ਜਤਾਇਆ। ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇੱਕ ਦਿਨ ਦਾ ਵੀ ਐਕਸਪੀਰੀਅੰਸ ਨਹੀਂ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਵਕਾਲਤ ਦਾ, ਤੇ ਉਹਨਾਂ ਨੂੰ ਕਿਸ ਢੰਗ ਨਾਲ ਤੁਸੀਂ ਡਿਸਪਲਿਨਰੀ ਕਮੇਟੀ ਦਾ ਮੈਂਬਰ ਬਣਾ ਸਕਦੇ ਹੋ। ਬਲਤੇਜ ਸਿੰਘ ਸਿੱਧੂ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਸਰਕਾਰ, ਕੁੰਵਰ ਵਿਜੇ ਪ੍ਰਤਾਪ ਬਰਗਾੜੀ ਕਾਂਡ ਦੀ ਗੱਲ ਕਰੀਏ, ਬਹਿਬਲ ਕਲਾ ਕਾਂਡ ਦੀ ਗੱਲ ਕਰੀਏ, ਉਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਸੀ। ਔਰ ਹੁਣ ਜਿਹੜਾ ਕੋਟਕਪੂਰਾ ਜਿਹੜਾ ਮਾਮਲਾ ਸੀ ਉਸ ਦੇ ਵਿੱਚ ਜਿਹੜੀ ਹਾਈ ਕੋਰਟ ਦੀ ਆਰਡਰ ਆਉਂਦੇ ਨੇ, ਆਰਡਰ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਔਰ ਕਾਰਜਪ੍ਰਣਾਲੀ ਤੇ ਸਵਾਲ ਚੁੱਕੇ ਗਏ। ਹਾਈ ਕੋਰਟ ਟਿੱਪਣੀਆਂ ਕਰਦਾ ਹੋਇਆ ਨਜ਼ਰ ਆਇਆ ਕਿ ਆਖਿਰ ਇਸ ਅਫਸਰ ਦੀ ਮਨਸ਼ਾ ਕੀ ਸੀ ਇਸ ਇਨਕੁਆਇਰੀ ਦੇ ਪਿੱਛੇ। ਇਨਕੁਆਇਰੀ ਨੂੰ ਵੀ ਰੱਦ ਕਰ ਦਿੱਤਾ ਗਿਆ ਔਰ ਅਫਸਰ ਦੀ ਕਾਰਜਪ੍ਰਣਾਲੀ ਤੇ ਵੀ ਸਵਾਲ ਚੁੱਕੇ ਗਏ। ਔਰ ਹੁਣ ਆਹੀ ਅਫਸਰ ਆਪਣੀ ਪੁਲਿਸ ਲਾਈਨ ਛੱਡ ਕੇ ਵਕਾਲਤ ਕਰਨਾ ਚਾਹੁੰਦਾ ਹੈ, ਵਕੀਲੀ ਪੇਸ਼ੇ ਦੇ ਵਿੱਚ ਆਉਣਾ ਚਾਹੁੰਦਾ ਹੈ, ਮੈਂਬਰ ਬਣ ਚੁੱਕਿਆ ਹੈ, ਡਿਸਪਲਿਨਰੀ ਕਮੇਟੀ ਦਾ ਮੈਂਬਰ ਇਸ ਨੂੰ ਬਣਾ ਦਿੱਤਾ ਗਿਆ। ਕਿੱਦਾਂ ਦੇਖਦੇ ਹੋ ਤੁਸੀਂ ਜਿਹੜਾ ਇਤਰਾਜ਼ ਜਤਾਇਆ ਕਿ ਸਾਰੇ ਨਿਯਮਾਂ ਨੂੰ ਤਾਕ ਤੇ ਰੱਖਿਆ ਗਿਆ? ਕਿਹੜੇ ਨਿਯਮ ਹੁੰਦੇ ਨੇ ਔਰ ਕਿਸ ਢੰਗ ਨਾਲ ਕੋਈ ਵਿਅਕਤੀ ਵਕਾਲਤ ਕਰ ਸਕਦਾ ਹੈ? ਕੀ ਪੂਰੀ ਪ੍ਰੋਸੈਸ ਹੈ, ਥੋੜਾ ਇਸ ਦੇ ਬਾਰੇ ਦੱਸ ਦਿਓ। ਵਨੀਤ ਜੀ, ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈ, ਕਿਸੇ ਆਦਮੀ ਨੂੰ ਵਕਾਲਤ ਸ਼ੁਰੂ ਕਰਨ ਤੋਂ ਪਹਿਲਾਂ ਬਾਰ ਕੌਂਸਲ ਤੋਂ ਲਾਇਸੈਂਸ ਲੈਣਾ ਪੈਂਦਾ, ਸਟੇਟ ਬਾਰ ਕੌਂਸਲ ਤੋਂ। ਉਹਦੇ ਲਈ ਸਾਡੀ ਪੰਜਾਬ ਹਰਿਆਣਾ ਬਾਰ ਕੌਂਸਲ ਬਣੀ ਹੈ, ਸੈਕਟਰ 37 'ਚ ਦਫ਼ਤਰ ਹੈ ਪੰਜਾਬ ਵਾਸਤੇ ਔਰ ਹਰਿਆਣੇ ਵਾਸਤੇ। ਜੋ ਵੀ ਬੱਚੇ ਲਾਅ ਕਰਕੇ ਆਉਂਦੇ ਆ, ਚਾਹੇ ਰਿਟਾਇਰ ਹੋ ਕੇ ਆਫਿਸਰ ਆਉਣ, ਉਹਨਾਂ ਨੂੰ ਪਹਿਲਾਂ ਉੱਥੇ ਰਜਿਸਟਰ ਹੋਣਾ ਪੈਂਦਾ। ਫਰਾਈਡੇ ਸ਼ਾਮ ਨੂੰ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਲਾਇਸੈਂਸ ਦਿੱਤਾ ਗਿਆ ਪ੍ਰੈਕਟਿਸ ਕਰਨ ਦਾ, ਕਿਉਂਕਿ ਉਸ ਤੋਂ ਪਹਿਲਾਂ ਉਹ ਇੰਡੀਅਨ ਪੁਲਿਸ ਸਰਵਿਸਿਜ਼ ਦੇ ਵਿੱਚ ਨੌਕਰੀ ਕਰਦੇ ਸਨ ਬਤੌਰ IG। ਤਾਂ ਇੱਕ ਹੱਥ ਉਹਨੂੰ ਲਾਇਸੈਂਸ ਦੇ ਦਿੱਤਾ ਗਿਆ ਪ੍ਰੈਕਟਿਸ ਕਰਨ ਦਾ, ਦੂਸਰੇ ਹੱਥ ਬਾਰ ਕੌਂਸਲ ਨੇ ਉਹਨੂੰ ਡਿਸਪਲਿਨਰੀ ਕਮੇਟੀ, ਜਿਹਨੂੰ ਅਨੁਸ਼ਾਸਨੀ ਕਮੇਟੀ ਕਹਿੰਦੇ ਆ, ਉਹਦਾ ਮੈਂਬਰ ਕੋਆਪਟ ਕਰ ਲਿਆ। ਸੋ ਮੈਨੂੰ ਬਜਾਤੇ ਖੁਦ ਕੁੰਵਰ ਵਿਜੇ ਪ੍ਰਤਾਪ ਦੇ ਐਜ ਏ ਪਰਸਨ ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਉਹਨੂੰ ਅੱਜ ਤੱਕ ਮਿਲਿਆ ਵੀ ਨਹੀਂ, ਮੈਂ ਉਹਨੂੰ ਜਾਣਦਾ ਵੀ ਨਹੀਂ, ਉਹਦੀ ਕੀ ਸ਼ਖਸੀਅਤ ਹੈ, ਚੰਗਾ ਮਾੜਾ, ਮੈਨੂੰ ਇਹ 'ਤੇ ਕਮੈਂਟ ਕਰਨ ਦਾ ਕੋਈ ਇਖਤਿਆਰ ਨਹੀਂ। ਮੈਂ ਤਾਂ ਇਹ ਕਹਿਣਾ ਵੀ ਜਿਸ ਆਦਮੀ ਨੂੰ ਬਤੌਰ ਵਕੀਲ 1 ਮਿੰਟ ਵੀ ਐਕਸਪੀਰੀਅੰਸ ਨਹੀਂ ਵਕਾਲਤ ਦਾ, ਉਹ ਵਕੀਲਾਂ ਦੀ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਕਿਵੇਂ ਹੋ ਸਕਦਾ? ਉਹਨੂੰ ਵਕੀਲਾਂ ਦੀਆਂ ਤਕਲੀਫਾਂ, ਵਕੀਲਾਂ ਦੀਆਂ ਮਜਬੂਰੀਆਂ, ਵਕਾਲਤ ਦੇ ਧੰਦੇ ਨਾਲ ਜੁੜੀਆਂ ਉਲਝਣਾਂ ਦਾ ਉਹਨੂੰ ਕੀ ਪਤਾ ਹੋ ਸਕਦਾ? ਇਸ ਲਈ ਉਹਨੂੰ ਡਿਸਪਲਿਨਰੀ ਕਮੇਟੀ ਦਾ ਮੈਂਬਰ ਨਹੀਂ ਬਣਾਉਣਾ ਚਾਹੀਦਾ ਸੀ। ਮੈਨੂੰ ਜਦੋਂ ਹੀ ਪਤਾ ਲੱਗੀ ਇਮੀਡੀਏਟਲੀ, ਕਿਉਂਕਿ ਮੈਂ ਸੈਕਟਰੀ ਰਹਿ ਚੁੱਕਿਆ ਹਾਈ ਕੋਰਟ ਬਾਰ ਐਸੋਸੀਏਸ਼ਨ ਦਾ, ਮੈਂ ਇਮੀਡੀਏਟਲੀ ਸਾਡੇ ਜਿੰਨੇ ਵੀ ਮੈਂਬਰ ਸਾਹਿਬਾਨ ਜਿਨ੍ਹਾਂ ਨਾਲ ਮੈਂ ਗੱਲ ਕਰ ਸਕਦਾ ਸੀ ਬਾਰ ਕੌਂਸਲ ਦੇ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਲਿਖਤੀ ਸ਼ਿਕਾਇਤ ਦਿਓ। ਮੈਂ ਚੇਅਰਮੈਨ ਸਾਹਿਬ ਨੂੰ, ਸਾਡੇ ਮਹਿੰਦਰਜੀਤ ਯਾਦਵ ਜੀ ਹੈ, ਉਹਨਾਂ ਨੂੰ ਲਿਖਤੀ ਸ਼ਿਕਾਇਤ ਕਰਤੀ ਹੈ ਵੀ ਅੰਡਰ ਸੈਕਸ਼ਨ 9 ਆਫ ਦੀ ਐਡਵੋਕੇਟਸ ਐਕਟ 1961, ਉਹਦੇ ਵਿੱਚ 10 ਸਾਲ ਦਾ ਤਜਰਬਾ ਜੇ ਕਿਸੇ ਮੈਂਬਰ ਨੂੰ ਡਿਸਪਲਿਨਰੀ ਕਮੇਟੀ ਦੇ ਵਿੱਚ ਕੋਆਪਟ ਕਰਨਾ, ਮੈਂਬਰ ਬਣਾਉਣਾ ਹੈ, ਤਾਂ 10 ਸਾਲ ਦਾ ਬਤੌਰ ਵਕੀਲ ਤਜਰਬਾ ਹੋਣਾ ਲਾਜ਼ਮੀ ਹੈ। ਉਹ ਇਹਨਾਂ ਕੋਲੇ ਤਜਰਬਾ ਨਹੀਂ ਸੀ। ਇਸ ਲਈ ਮੈਂ ਕਹਿਣਾ ਇਹਨਾਂ ਨੂੰ ਡਿਸਪਲਿਨਰੀ ਕਮੇਟੀ ਦਾ ਜੋ ਫੈਸਲਾ ਇਹਨੂੰ ਨਾਮਜ਼ਦ ਕਰਨ ਦਾ, ਉਹਨੂੰ ਰਿਵਿਊ ਕੀਤਾ ਜਾਵੇ, ਉਹਨੂੰ ਵਾਪਸ ਲਿਆ ਜਾਵੇ। ਇਸ ਨੂੰ ਵਾਪਸ ਲਿੱਤਾ ਜਾਏ। ਲੇਕਿਨ ਕੀ ਕਾਰਨ ਮੰਨਦੇ ਹੋ ਕਿ ਅਚਾਨਕ ਇੱਕ ਮੈਂਬਰ ਬਣਦਾ ਹੈ? ਕੁੰਵਰ ਵਿਜੇ ਪ੍ਰਤਾਪ ਇੱਕ ਦਿਨ ਪਹਿਲਾਂ ਵਕਾਲਤ ਦਾ ਲਾਇਸੈਂਸ ਲੈਂਦੇ ਹੈ ਔਰ ਉਸੇ ਦਿਨ ਉਹਨਾਂ ਨੂੰ ਕੋਆਪਟ ਕਰ ਦਿੱਤਾ ਜਾਂਦਾ ਹੈ ਇਸ ਢੰਗ ਦੇ ਨਾਲ ਇੱਕ ਕਮੇਟੀ ਦਾ ਮੈਂਬਰ। ਇਸ ਦੇ ਪਿੱਛੇ ਕੀ ਕਾਰਨ ਮੰਨਿਆ ਜਾ ਸਕਦਾ? ਇਹਦੇ ਪਿੱਛੇ ਤਾਂ ਜਾਂ ਤਾਂ ਉਹ ਬਾਰ ਕੌਂਸਲ ਦੇ ਮੈਂਬਰ ਜੋ ਸਾਡੇ 27 ਮੈਂਬਰ ਹੈ, 25 ਇਲੈਕਟਡ ਆ, 2 ਨੋਮੀਨੇਟਡ ਆ, ਮੈਂ ਤਾਂ ਉਹਦੇ ਤੇ ਨਹੀਂ ਕਿੰਤੂ ਪਰੰਤੂ ਕਰ ਸਕਦਾ। ਉਹ ਹੀ ਦੱਸ ਸਕਦੇ ਕਿੰਨਾ ਉਹਨਾਂ ਦੀ ਕੀ ਮਜਬੂਰੀ ਸੀ ਇਹਨੂੰ ਡਿਸਪਲਿਨਰੀ ਕਮੇਟੀ ਦਾ ਮੈਂਬਰ ਬਣਾਉਣਾ। ਕੀ ਇਹ ਤਾਂ ਉਹ ਬਿਹਤਰ ਦੱਸ ਸਕਦੇ, ਮੈਂ ਨਹੀਂ ਦੱਸ ਸਕਦਾ ਇਹਦੇ ਬਾਰੇ। ਜਿੱਥੋਂ ਤੱਕ ਮੈਨੂੰ ਇਹ ਵੀ ਪਤਾ ਲੱਗਿਆ, ਬਾਅਦ 'ਚ ਵੱਖ-ਵੱਖ ਥਾਵਾਂ ਤੋਂ ਮੈਨੂੰ ਟੈਲੀਫੋਨ ਆਏ, WhatsApp ਆਏ, ਪੱਤਰਕਾਰਾਂ ਦੇ ਵੀ ਫੋਨ ਆਏ, ਮੈਨੂੰ ਇਹ ਵੀ ਪਤਾ ਲੱਗਿਆ ਵੀ ਫਿਲਹਾਲ ਉਹਦਾ ਰੈਜੀਗਨੇਸ਼ਨ ਐਕਸੈਪਟ ਨਹੀਂ ਹੋਇਆ।
ਜੇ ਕੁੰਵਰ ਵਿਜੇ ਪ੍ਰਤਾਪ ਜੀ ਦਾ ਰੈਜ਼ਿਗਨੇਸ਼ਨ ਐਕਸੈਪਟ ਨਹੀਂ ਹੋਇਆ ਤਾਂ ਉਹਦਾ ਮਤਲਬ ਇਹ ਆ ਉਹ ਅਜੇ ਵੀ ਗਵਰਨਮੈਂਟ ਮੁਲਾਜ਼ਮ ਹੈ। ਜੇ ਗਵਰਨਮੈਂਟ ਮੁਲਾਜ਼ਮ ਹੈ ਤਾਂ ਉਹਨੂੰ ਵਕਾਲਤ ਦਾ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ। ਜੇ ਮੈਨੂੰ ਇਹ ਪਤਾ ਲੱਗਦਾ ਹੈ ਵੀ ਉਹਦੇ ਕੋਲੇ ਅਜੇ ਲਾਇਸੈਂਸ, ਉਹਦਾ ਰੈਜ਼ਿਗਨੇਸ਼ਨ ਮਨਜ਼ੂਰ ਨਹੀਂ ਹੋਇਆ ਸੀ, ਤਾਂ ਮੈਂ ਇਹ ਵੀ ਬੇਨਤੀ ਬਾਰ ਕੌਂਸਲ ਨੂੰ ਕਰਾਂਗਾ ਵੀ ਉਹਦਾ ਜਿਹੜਾ ਲਾਇਸੈਂਸ ਉਹਨੂੰ ਬਤੌਰ ਵਕੀਲ ਦਿੱਤਾ ਉਹ ਵਾਪਸ ਲਿਆ ਜਾਵੇ। ਵਕੀਲ ਕਹਿੰਦੇ ਬੜੇ ਸਮਝਦਾਰ ਕੌਮ ਮੰਨੀ ਜਾਂਦੀ ਹੈ ਔਰ ਹਰ ਇੱਕ ਚੀਜ਼ ਨੂੰ ਬੜੀ ਬਰੀਕੀ ਨਾਲ ਵੇਖਦੇ ਆ। ਬਾਰ ਕੌਂਸਲ ਦੇ ਮੈਂਬਰਾਂ ਦੀ ਗੱਲ ਕਰੀਏ, ਤੁਸੀਂ 27 ਮੈਂਬਰ ਦੱਸ ਰਹੇ ਹੋ, ਕਿਆ ਸਾਰੀ ਬਰੀਕੀਆਂ ਨੂੰ ਨਜ਼ਰਅੰਦਾਜ਼ ਕਰਤਾ ਇਸ ਪੂਰੇ ਮਾਮਲੇ ਦੇ ਵਿੱਚ? ਕਿਆ ਉਹਨਾਂ ਨੇ ਕੋਈ ਸੋਚਿਆ ਨਹੀਂ ਵੀ ਨਿਯਮ ਕੀ ਨੇ, ਕਿਸ ਢੰਗ ਦੇ ਨਾਲ ਲਾਇਸੈਂਸ ਦਿੱਤਾ ਜਾਣਾ ਹੈ? ਜਿਹੜੀ ਰੈਜ਼ਿਗਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਕਿਆ ਉਸ ਨੂੰ ਵੀ ਹਜੇ ਤੱਕ ਵੈਰੀਫਾਈ ਨਹੀਂ ਕਰ ਪਾਏ? ਕੋਈ ਪ੍ਰੈਸ਼ਰ ਸੀ ਜਿਸ ਕਰਕੇ ਸਿੱਧਾ ਹੀ ਆ ਫੈਸਲੇ ਲੈਣੇ ਪਏ? ਨਹੀਂ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਕੋਈ ਪ੍ਰੈਸ਼ਰ ਸੀ ਜਾਂ ਕੀ ਸੀ ਮੈਨੂੰ ਨਹੀਂ ਪਤਾ। ਸਾਡੇ ਬਾਰ ਕੌਂਸਲ ਦੇ ਮੈਂਬਰ ਸਾਹਿਬਾਨ ਬਹੁਤ ਹੀ ਸੁਲਝੇ ਹੋਏ ਵਕੀਲ ਆ, ਸਾਰੇ ਬੜੇ ਸਿਆਣੇ ਆ ਔਰ 1 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਹੋਇਆ। ਆਦਮੀ ਤੋਂ ਕੰਮ ਕਰਦਿਆਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ। ਜੋ ਮੈਂ ਮਹਿਸੂਸ ਕਰਦਾ ਬਾਰ ਕੌਂਸਲ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋਈ ਹੈ, ਤੇ ਉਹ ਗਲਤੀ ਨੂੰ ਮੇਰੀ ਜਿਸ ਤਰ੍ਹਾਂ ਉਹਨਾਂ ਨਾਲ ਗੱਲ ਹੋਈ ਹੈ, ਉਹ ਕਹਿੰਦੇ ਅਸੀਂ ਮੰਡੇ ਦਰੁਸਤ ਕਰ ਦਿਆਂਗੇ। ਮੰਡੇ ਦਰੁਸਤ ਕਰ ਦਿਆਂਗੇ, ਯਾਨੀ ਇਸ ਨੂੰ ਲੈ ਕੇ ਮੰਡੇ ਨੂੰ ਬੈਠਕ ਬੁਲਾਈ ਗਈ ਹੈ ਕੋਈ? ਹਾਂ, ਮੰਡੇ ਨੂੰ ਜੋ ਮੈਨੂੰ ਪਤਾ ਲੱਗਿਆ ਮੀਟਿੰਗ ਬੁਲਾਈ ਗਈ ਹੈ। ਮੰਡੇ ਨੂੰ ਮੀਟਿੰਗ ਦੇ ਵਿੱਚ ਉਹ ਕੀ ਫੈਸਲਾ ਕਰਦੇ ਆ, ਬਾਰ ਕੌਂਸਲ ਬੈਠੇਗੀ, ਉਹਨਾਂ ਦਾ ਕੋਰਮ ਕਮੇਟੀ ਦਾ ਜੋ ਹੋਏਗਾ, ਜੋ ਫੈਸਲਾ ਕਰਨਗੇ ਤੁਹਾਨੂੰ ਸਾਰੇ ਉਹ ਦੱਸ ਦੇਣਗੇ। ਹਾਂਜੀ। ਲੇਕਿਨ ਪ੍ਰੋਸੈਸ ਕੀ ਹੁੰਦੀ ਹੈ? ਕਿਸ ਢੰਗ ਦੇ ਨਾਲ ਆ ਡਿਸਪਲਿਨਰੀ ਕਮੇਟੀ ਜਾਂ ਹੋਰ ਕਮੇਟੀਆਂ ਜਿਹੜੀਆਂ ਉਹ ਬਣਾਈ ਜਾਂਦੀਆਂ? ਓਵਰਆਲ ਪ੍ਰੋਸੈਸ ਕੀ ਹੁੰਦੀ ਹੈ ਇਸ ਮਾਮਲੇ ਦੇ? ਓਵਰਆਲ ਪ੍ਰੋਸੈਸ, ਕਿਉਂਕਿ ਬਾਰ ਕੌਂਸਲ ਬੜੀ ਵੱਡੀ ਚੀਜ਼ ਹੈ, ਬਹੁਤ ਕੰਮ ਦੇਖਣੇ ਹੁੰਦੇ ਨੇ, ਸਾਰੀਆਂ ਸਮੁੱਚੀਆਂ 12 ਪੰਜਾਬ ਹਰਿਆਣੇ ਦੀਆਂ ਦੇਖਣੀਆਂ, 1 ਲੱਖ ਵਕੀਲ ਦਾ ਕੰਡਕਟ ਦੇਖਣਾ, 1 ਲੱਖ ਵਕੀਲਾਂ ਦੇ ਲਾਇਸੈਂਸ, ਰਿਕਾਰਡ ਸਭ ਕੁਝ ਮੇਨਟੇਨ ਕਰਨਾ। ਇਹਦੇ ਚੋਂ ਜੱਜਜ ਪੁਆਇੰਟ ਹੁੰਦੇ ਆ, ਗਵਰਨਮੈਂਟ ਅਹੁਦਿਆਂ ਤੇ ਹੋਰ ਲੋਕ ਜਾਂਦੇ ਆ, ਉਹਨਾਂ ਦੀ ਰਿਪੋਰਟ ਇਹਨਾਂ ਕੋਲੋਂ ਜਾਂਦੀ ਹੈ। ਸੋ ਬਹੁਤ ਸਾਰਾ ਕੰਮ ਹੈ। ਤਾਂ ਕੰਮ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ। ਕਿਸੇ ਤੋਂ ਗਲਤੀ ਹੋਈ ਹੈ, ਪ੍ਰੋਸੀਜਰ ਇਹ ਹੈ ਵੀ ਉਹਨਾਂ ਨੂੰ ਵੱਖ-ਵੱਖ, ਬਹੁਤ ਜ਼ਿਆਦਾ ਕੰਮ ਹੋਣ ਕਰਕੇ ਵੱਖ-ਵੱਖ ਕਮੇਟੀਆਂ ਬਣਾਉਣੀਆਂ ਪੈਂਦੀਆਂ, ਜਿਵੇਂ ਡਿਸਪਲਿਨਰੀ ਕਮੇਟੀ ਆ, ਹੋਰ ਕੋਈ ਕੰਪਿਊਟਰਾਈਜੇਸ਼ਨ ਕਮੇਟੀ ਆ, ਪਰਚੇਜ ਕਮੇਟੀ ਹੈ, ਹੋਰ ਬੜੀਆਂ ਕਮੇਟੀਆਂ। ਪ੍ਰੋਬਲਮਸ ਆਉਂਦੀਆਂ ਉਹ ਸਮੱਸਿਆਵਾਂ ਵਾਸਤੇ ਇੱਕ ਅਲੱਗ ਕਮੇਟੀ ਬਣਾ ਦਿੰਦੇ ਆ, ਕੋਈ ਸ਼ਿਕਾਇਤਾਂ ਆਉਂਦੀਆਂ। ਤਾਂ ਇਸ ਤਰ੍ਹਾਂ ਕੰਮ ਕਰਦਿਆਂ ਤੋਂ ਉਹਨਾਂ ਤੋਂ ਕਿਸੇ ਅਣਜਾਣਪੁਣੇ 'ਚ ਗਲਤੀ ਹੋਈ ਹੈ। ਇਹ ਨਹੀਂ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਜਾਂ ਕੁਛ ਸੀ, ਜਾਂ ਤਾਂ ਹੇਸਟ ਦੇ ਵਿੱਚ ਕਹਿ ਲਓ, ਫਰਾਈਡੇ ਮੀਟਿੰਗ ਚੱਲ, ਲਾਇਸੈਂਸ ਜਿਹੜੇ ਆ ਤਤਕਾਲ ਵਾਲੇ ਲਾਇਸੈਂਸ ਦਿੱਤੇ ਜਾ ਰਹੇ ਸੀ, ਉਹਦੇ ਵਿੱਚ ਕਾਲਪੁਣੇ 'ਚ ਕੰਮ ਹੋ ਗਿਆ। ਕਿਸ ਤਰੀਕੇ ਗਲਤੀ ਲੱਗੀ, ਕੋਈ ਐਡਾ ਵੱਡਾ ਗਲਤ ਨਹੀਂ ਕਹਿ ਸਕਦੇ ਵੀ ਇੰਟੈਂਸ਼ਨਲੀ ਕੀਤਾ ਗਿਆ ਇੰਟੈਂਸ਼ਨਲੀ। ਲੇਕਿਨ ਇਸ ਨੂੰ ਇਸ ਲਹਿਜ਼ੇ ਦੇ ਵਿੱਚ ਵੀ ਲੈ ਸਕਦੇ ਆ ਨਾ ਕਿ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜਿਹੜੇ ਹਾਈ ਕੋਰਟ ਦੇ ਆਰਡਰ ਆਏ ਆ, ਉਸ ਆਰਡਰਾਂ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਾਫੀ ਨਜ਼ਦੀਕੀ ਨੇ ਕੈਪਟਨ ਅਮਰਿੰਦਰ ਸਿੰਘ ਦੇ, ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕੰਮ ਕਰ ਰਹੇ ਸੀ। ਸੂਬੇ ਦੇ ਮੁੱਖ ਮੰਤਰੀ ਹੈ, ਕਿਆ ਉਹਨਾਂ ਦਾ ਕੋਈ ਦਬਾਅ ਰਹਿ ਸਕਦਾ ਹੈ, ਉਹਨਾਂ ਦੀ ਇਨਫਲੂਐਂਸ ਰਹਿ ਸਕਦੀ ਹੈ ਇਸ ਮਾਮਲੇ ਦੇ ਵਿੱਚ, ਜਿਸ ਢੰਗ ਦੇ ਨਾਲ ਇਸ ਤਰ੍ਹਾਂ ਮੈਂਬਰ ਬਣਾਇਆ ਗਿਆ ਔਰ ਫਿਰ ਸਿੱਧਾ ਹੀ ਕਮੇਟੀ ਦਾ ਮੈਂਬਰ ਵੀ ਬਣਾ ਦਿੱਤਾ ਗਿਆ? ਨਹੀਂ, ਇਹਦੇ ਬਾਰੇ ਮੈਂ ਨਹੀਂ ਕੁਝ ਕਹਿਣਾ ਚਾਹਾਂਗਾ, ਨਾ ਹੀ ਮੈਨੂੰ ਇਹਦੇ ਬਾਰੇ ਪਤਾ ਔਰ ਨਾ ਕਹਿਣਾ ਚਾਹੀਦਾ। ਮੈਨੂੰ ਨਹੀਂ ਪਤਾ, ਕਿਉਂਕਿ ਜੋ ਸਾਡੇ ਜੇ ਵਕੀਲ ਸਾਹਿਬਾਨ ਹੈਗੇ ਆ ਅੱਛੇ ਤਜਰਬੇਕਾਰ, ਮੈਨੂੰ ਨਹੀਂ ਲੱਗਦਾ ਕਿਸੇ ਪੋਲੀਟੀਕਲ ਨਾਲ ਸੰਬੰਧਿਤ ਵੀ ਹੁੰਦੇ ਨੇ। ਹਾਂ, ਹਰ ਬੰਦਾ ਵੀ ਪਾਰਟੀ ਨਾਲ ਸੰਬੰਧਿਤ ਹੈ, ਤਾਂ ਕਿਸੇ ਨਾ ਕਿਸੇ, ਹਰ ਘਰ 'ਚ ਪੋਲਿਟਿਕਸ ਬੜੀ ਹੋਈ ਆ, ਪਾਰਟੀਆਂ ਨਾਲ ਸੰਬੰਧਿਤ ਹੈਗੇ ਆ, ਪਰ ਇੰਨੇ ਵੀ ਸਾਡੇ ਜਿਹੜੇ ਬਾਰ ਕੌਂਸਲ ਦੇ ਮੈਂਬਰ ਆ ਉਹ ਕਮਜ਼ੋਰ ਨਹੀਂ ਵੀ ਕਿਸੇ ਪੋਲੀਟੀਕਲ ਦਬਾਅ ਥੱਲੇ ਆ ਕੇ ਕੋਈ ਫੈਸਲਾ ਲੈਣਗੇ। ਲੇਕਿਨ ਸਾਹਿਬ, ਆ ਜਿਹੜੇ ਮੈਂਬਰ ਬਣਾਏ ਗਏ ਨੇ, ਕਿਸ ਦੀ ਤਰਫੋਂ ਬਣਾਏ ਗਏ ਨੇ? ਕਿਆ ਓਵਰਆਲ 27 ਦੇ 27 ਮੈਂਬਰਾਂ ਨੇ ਇਹਨਾਂ ਨੂੰ ਡਿਸਪਲਿਨਰੀ ਕਮੇਟੀ ਦੇ ਵਿੱਚ ਸ਼ਾਮਲ ਕਰਾਇਆ, ਜਾਂ ਕੁਝ ਇੱਕ ਮੈਂਬਰ ਇਹੋ ਜਿਹੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਮੇਟੀ ਦਾ ਸਦੱਸਿਆ ਬਣਾਇਆ? ਨਹੀਂ, ਉਹਦੇ ਬਾਰੇ ਮੈਨੂੰ ਨਹੀਂ ਪਤਾ ਇੰਟਰਨਲ ਪ੍ਰੋਸੀਜਰ ਕੀ ਹੈ, ਫੁੱਲ ਜਿਹੜੀ ਬਾਰ ਕੌਂਸਲ ਦੀ ਮੀਟਿੰਗ ਹੁੰਦੀ ਹੈ ਜਾਂ ਕੁਝ ਮੈਂਬਰ ਨਾਮਜ਼ਦ ਕਰਦੇ ਆ। ਲੇਕਿਨ ਇੰਨਾ ਜ਼ਰੂਰ ਹੈ, ਜੋ ਆਦਮੀ ਉਹਨੂੰ ਸਰਟੀਫਿਕੇਟ ਦਿੰਦਾ ਹੈ ਜਾਂ ਸਾਈਨ ਕਰਦਾ ਹੈ, ਉਹਦੇ ਉੱਤੇ ਦਸਤਖਤ ਹੁੰਦੇ ਆ। ਜੋ ਸਰਟੀਫਿਕੇਟ ਜਾਰੀ ਕੀਤਾ ਗਿਆ ਉਹਦੇ ਤੇ ਉੱਪਰ ਚੇਅਰਮੈਨ ਸਾਹਿਬ ਮਿੰਦਰਜੀਤ ਸਿੰਘ ਯਾਦਵ ਜੀ, ਉਹਨਾਂ ਦੇ ਦਸਤਖਤ ਔਰ ਫੋਟੋਗ੍ਰਾਫ ਲੱਗੀ ਹੋਈ ਹੈ, ਔਰ ਸੈਕਟਰੀ ਬਾਰ ਕੌਂਸਲ ਦੇ ਬਲਜਿੰਦਰ ਸਿੰਘ ਜੀ ਹੈ, ਉਹਨਾਂ ਦੀ ਫੋਟੋਗ੍ਰਾਫ ਲੱਗੀ, ਉਹਨਾਂ ਦਾ ਸਿਗਨੇਚਰ ਹੈ। ਅੰਦਰਲਾ ਪ੍ਰੋਸੀਜਰ ਕੀ ਹੈ, ਕਿਸ ਤਰ੍ਹਾਂ ਨਾਮਜ਼ਦ ਕੀਤਾ, ਉਹਦੇ ਬਾਰੇ ਮੈਨੂੰ ਨਹੀਂ ਪਤਾ। ਕੰਮ ਕੀ ਹੁੰਦਾ ਹੈ ਇਸ ਕਮੇਟੀ ਦਾ? ਅਹਿਮ ਕੰਮ ਕੀ ਹੈ? ਵਕੀਲਾਂ ਦਾ ਅਨੁਸ਼ਾਸਨ ਦੇਖਣਾ, ਜੋ ਵਕੀਲਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਉਹਨਾਂ ਸ਼ਿਕਾਇਤਾਂ ਨੂੰ ਸੁਣਨਾ, ਸੁਣ ਕੇ ਉਹਦੇ ਤੇ ਫੈਸਲਾ ਕਰਨਾ, ਵਕੀਲ ਦਾ ਲਾਇਸੈਂਸ ਸਸਪੈਂਡ ਕਰਨਾ, ਵਕੀਲ ਦਾ ਲਾਇਸੈਂਸ ਰੱਦ ਕਰਨਾ, ਵਕੀਲ ਨੂੰ ਸਜ਼ਾ ਦੇਣੀ, ਉਹ ਹੁੰਦੀ। ਉਸੇ ਕਰਕੇ ਅਸੀਂ ਕਹਿ ਰਹੇ ਵੀ ਜਿਸ ਬੰਦੇ ਦਾ 1 ਮਿੰਟ ਦਾ ਵੀ ਤਜਰਬਾ ਨਹੀਂ ਬਤੌਰ ਵਕੀਲ, ਉਹਨੇ ਵਕਾਲਤ ਕੀਤੀ ਨਹੀਂ, ਤੇ ਉਹਨੂੰ ਵਕੀਲ ਦੀਆਂ ਸਮੱਸਿਆਵਾਂ ਦਾ ਕੀ ਪਤਾ, ਉਹ ਵਕੀਲ ਦੇ ਖਿਲਾਫ ਐਕਸ਼ਨ ਕੀ ਲਏਗਾ, ਜਿਹਨੂੰ ਇਹ ਨਹੀਂ ਪਤਾ। ਔਰ ਮੈਂ ਉਹਨਾਂ ਤੇ ਵੀ ਹੈਰਾਨ ਹੈ, ਉਹ ਬੜੀਆਂ ਉਹਨਾਂ ਦੀਆਂ ਡਿਬੇਟਸ ਆ ਚੁੱਕੀਆਂ ਹੈ, ਟੀਵੀ ਮੂਹਰੇ ਆ ਕੇ ਕਹਿੰਦੇ ਵੀ ਮੈਂ ਕਨਸਟੀਟਿਊਸ਼ਨ ਦਾ, ਮੈਨੂੰ ਇੱਕ ਆਰਟੀਕਲ ਯਾਦ ਹੈ,
ਸੀਆਰਪੀਸੀ ਦਾ ਮੈਨੂੰ ਇੱਕ ਆਰਟੀਕਲ ਯਾਦ ਹੈ, ਮੈਨੂੰ ਪੁੱਛ ਲਓ, ਇੱਕ ਡਿਬੇਟ ਦੇ ਵਿੱਚ ਕਹਿ ਰਹੇ ਸਨ। ਔਰ ਪੰਜਾਬ ਪੁਲਿਸ ਰੂਲਸ ਦਾ ਵਾਲੀਅਮ 3 ਦੇ ਵਿੱਚ ਰਿਲੇਟਸ ਟੂ ਇਨਵੈਸਟੀਗੇਸ਼ਨ, ਉਹਦਾ ਮੈਨੂੰ ਇੱਕ ਸੈਕਸ਼ਨ ਯਾਦ ਹੈ, ਕਿਤੋਂ ਮਰਜ਼ੀ ਮੈਨੂੰ ਰੂਲ ਪੁੱਛ ਲਓ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਚੁੱਪ ਕਰਕੇ ਇਹਦਾ ਡਿਸਪਲਿਨਰੀ ਕਮੇਟੀ ਦਾ ਮੈਂਬਰਸ਼ਿਪ ਐਕਸੈਪਟ ਕਰ ਲਈ, ਤੁਹਾਡਾ ਨਹੀਂ ਦੇਖਣਾ ਫਰਜ਼ ਬਣਦਾ ਸੀਗਾ? ਤੁਸੀਂ ਆਈਜੀ ਰਹਿ ਚੁੱਕੇ ਹੋ, ਵੀ ਮੈਂ ਇਹਦੇ ਲਈ ਐਲੀਜੀਬਲ ਹੈ ਕਿ ਨਹੀਂ ਹੈ, ਔਰ ਮੈਨੂੰ ਡਿਸਪਲਿਨਰੀ ਕਮੇਟੀ ਅੱਜ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ? ਹੀ ਸ਼ੁੱਡ ਹੈਵ ਆਲਸੋ ਸੀਨ। ਇਹ ਉਹਦੀ ਬਹੁਤ ਜ਼ਿਆਦਾ ਗਲਤੀ ਇਸ ਮਸਲੇ ਤੇ। ਮਨਸ਼ਾ ਤਾਂ ਉਹ ਹੀ ਦੱਸ ਸਕਦੇ ਬੈਟਰ ਕੀ ਮਨਸ਼ਾ ਹੈ, ਕਿੰਨਾ ਹਾਲਾਤਾਂ 'ਚ ਉਹਨਾਂ ਨੇ ਵਕਾਲਤ ਦਾ ਲਾਇਸੈਂਸ ਲਿਆ ਔਰ ਇੰਨੀ ਜਲਦੀ ਲਿਆ, ਕੀ ਕਾਹਲੀ ਸੀ, ਕਿੰਨਾ ਕੁ ਪਿੱਛੇ ਕੰਮ ਉਹਨਾਂ ਦੇ ਪੈਂਡਿੰਗ ਹੈ, ਕਰੋਨਾ ਕਰਕੇ ਕੋਰਟਾਂ ਬੰਦ ਹੈ, ਬਿਲਕੁਲ ਰਿਸਟ੍ਰਿਕਟਡ ਮੋਡ ਦੇ ਵਿੱਚ ਕੰਮ ਚੱਲ ਰਿਹਾ, ਔਰ ਉਹਨਾਂ ਨੇ ਤਤਕਾਲ ਸਕੀਮ ਦੇ ਤਹਿਤ ਲਾਇਸੈਂਸ ਲਿਆ। ਇਹ ਪਿੱਛੇ ਕੀ ਮਨਸ਼ਾ ਹੈਗੀ ਹੈ? ਇਹ ਤਾਂ ਤੁਸੀਂ ਪ੍ਰੈਸ ਵਾਲੇ ਹੀ ਜ਼ਿਆਦਾ ਕੱਢ ਕੇ ਲਿਆਓਗੇ ਵੀ ਉਹਦੀ ਮਨਸ਼ਾ ਕੀ ਸੀ, ਹਿਡਨ ਮੋਟਿਵ ਕੀ ਸੀਗਾ। ਵੈਸੇ ਜੱਗ ਜਾਰਾ ਹਿਡਨ ਮੋਟਿਵ ਕੀ ਸੀ ਉਹ ਵੀ ਮੈਂ ਦੱਸ ਦਿੰਦਾ। ਉਹਨੂੰ ਇਹ ਸੀ ਵੀ ਨਵੀਂ ਸਰਕਾਰ ਆਊਗੀ, ਮੇਰੇ ਨੱਟ ਕਸੂਗੀ, ਮੈਂ ਇਨਵੈਸਟੀਗੇਸ਼ਨ 'ਚ ਬਹੁਤ ਕੁਤਾਹੀਆਂ ਕੀਤੀਆਂ, ਮੈਨੂੰ ਬੋਲਣਾ ਨਹੀਂ ਚਾਹੀਦਾ ਪਰ ਤੁਸੀਂ ਬੁਲਾ ਰਹੇ ਹੋ ਇਸ ਲਈ ਮੈਂ ਬੋਲ ਰਿਹਾ, ਕਿਉਂਕਿ ਹਾਈ ਕੋਰਟ ਨੇ ਬੜੇ ਕਮੈਂਟਸ ਕੀਤੇ ਆ। ਉਹਨੂੰ ਪਤਾ ਸੀ ਮੇਰੇ ਨੱਟ ਕਸੇ ਜਾਣਗੇ, ਔਰ ਇੱਕੋ ਇੱਕ ਵਕੀਲ ਭਾਈਚਾਰਾ ਜਿਹੜਾ ਮੈਨੂੰ ਬਚਾ ਸਕਦਾ, ਮੈਂ ਇਹਨਾਂ ਦਾ ਮੈਂਬਰ ਉਦੋਂ ਤੱਕ ਬਣ ਜਾ, ਐਕਟਿਵ ਵਕੀਲ ਬਣ ਜਾ, ਔਰ ਕੱਲ ਨੂੰ ਮੇਰੇ ਤੇ ਕੋਈ ਐਕਸ਼ਨ ਹੁੰਦਾ ਤਾਂ ਮੇਰੇ ਨਾਲ ਬਾਰ ਐਸੋਸੀਏਸ਼ਨਾਂ ਦੇ ਵਕੀਲ ਜਿਹੜੇ ਆ ਉਹ ਖੜ ਸਕਣ ਐਜੀਟੇਸ਼ਨ 'ਚ। ਪਰ ਮੈਨੂੰ ਨਹੀਂ ਲੱਗਦਾ ਵਕੀਲ ਕਿਸੇ, ਜੇ ਸਾਡੇ 'ਚ ਕੋਈ ਚੋਰ ਠੱਗ ਆ ਜਾਊਗਾ ਜਿਹੜਾ ਜੇ ਬਤੌਰ ਇਨਸਾਨ ਠੀਕ ਨਹੀਂ ਹੋਊਗਾ ਤੇ ਅਸੀਂ ਉਹਦੇ ਨਾਲ ਖੜਾਂਗੇ, ਕੋਈ ਵਕੀਲ ਨਹੀਂ ਖੜੇਗਾ। ਅਸੀਂ ਜੇ ਕਿਸੇ ਵਕੀਲ ਨਾਲ ਜ਼ਿਆਦਤੀ ਹੁੰਦੀ ਹੈ ਅਸੀਂ ਡਟ ਕੇ ਖੜਦੇ ਹਾਂ। ਜੇ ਸਾਡੇ 'ਚ ਕੋਈ ਕ੍ਰਿਮੀਨਲ ਵਕੀਲ ਆ ਕੇ ਖੜਦਾ ਹੈ ਅਸੀਂ ਬਿਲਕੁਲ ਉਹਦੇ ਨਾਲ ਨਹੀਂ ਖੜਦੇ, ਪੁਲਿਸ ਨੂੰ ਐਕਸ਼ਨ ਕਰਨ ਦਿੰਦੇ ਹਾਂ, ਅਸੀਂ ਕਦੀ ਉਹਦੀ ਮਦਦ ਨਹੀਂ ਕਰਦੇ। ਅਨੇਕਾਂ ਉਦਾਹਰਨਾਂ ਹੋਣਗੇ ਜਿਹਦੇ ਵਿੱਚ ਵਕੀਲਾਂ ਨੂੰ ਸਜ਼ਾ ਹੋਈ ਹੈ ਔਰ ਬਾਰ ਕੌਂਸਲ ਨੇ ਉਹਦਾ ਲਾਇਸੈਂਸ ਸਸਪੈਂਡ ਕੀਤਾ ਔਰ ਬਾਰ ਕੌਂਸਲ ਆਫ ਇੰਡੀਆ ਨੇ ਉਸ ਲਾਇਸੈਂਸ ਸਸਪੈਂਡ ਵਾਲੇ ਆਰਡਰ ਨੂੰ ਬਾਲ ਰੱਖਿਆ। ਅਸੀਂ ਕਿਸੇ ਮਾੜੇ ਸ਼ਖਸ ਨਾਲ ਕੋਈ ਬਰਾਦਰੀ ਦੇ ਤੌਰ ਤੇ ਨਹੀਂ ਖੜਦੇ ਸੀ। ਯਾਨੀ ਸਿੱਧੇ ਤੌਰ ਤੇ ਹੁਣੇ ਤੋਂ ਹੀ ਅੰਦੇਸ਼ਾ ਹੋਣਾ ਸ਼ੁਰੂ ਹੋ ਗਿਆ ਕਿ ਆਖਿਰ ਕੁੰਵਰ ਵਿਜੇ ਪ੍ਰਤਾਪ ਕਿਉਂ ਵਕਾਲਤ ਕਰਨਾ ਚਾਹੁੰਦੇ ਹੈ, ਕਿਉਂ ਵਕੀਲੀ ਦਾ ਚੋਲਾ ਪਾਣਾ ਚਾਹੁੰਦੇ ਹੈ, ਯਾਨੀ ਆਪਣੇ ਆਪ ਨੂੰ ਸੇਫ ਕਰਨ ਲੱਗੇ ਨੇ, ਹੋਰ ਕੋਈ ਮਨਸ਼ਾ ਨਹੀਂ। ਬਿਲਕੁਲ 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 ਵਜ੍ਹਾ ਫਰਮਾਇਆ ਤੁਸੀਂ। ਇੱਕ ਹੋਰ ਚੀਜ਼ ਦੇਖਣ ਨੂੰ ਆਈ ਕਿ ਤੁਸੀਂ ਕਹਿ ਰਹੇ ਹੋ ਕਿ ਵਕੀਲ ਨਾਲ ਖੜਦੇ ਆ, ਲੇਕਿਨ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ, ਉਸ ਦੇ ਵਿੱਚ ਜਿਹੜੇ ਹੁਣ ਆਰਡਰ ਆਏ ਉਸ ਦੇ ਵਿੱਚ ਜਜਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਇੱਕ ਸੀਨੀਅਰ ਐਡਵੋਕੇਟ ਨਾਲ ਬਦਤਮੀਜ਼ੀ ਕੀਤੀ ਗਈ ਹੈ, ਉਹਨਾਂ ਨੂੰ ਧਮਕਾਇਆ ਗਿਆ ਹੈ ਕੁੰਵਰ ਵਿਜੇ ਪ੍ਰਤਾਪ ਦੀ ਤਰਫੋਂ। ਤੁਹਾਨੂੰ ਲੱਗਦਾ ਨਹੀਂ ਕਾਫੀ ਸੰਜੀਦਾ ਮਸਲਾ? ਔਰ ਸੀਨੀਅਰ ਐਡਵੋਕੇਟ ਵੀ ਇਹੋ ਜਿਹੇ ਜਿਨ੍ਹਾਂ ਦਾ ਨਾਂ ਬੋਲਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਜੱਜਿਸ ਵੀ ਜਿਨ੍ਹਾਂ ਦੀ ਰਿਸਪੈਕਟ ਕਰਦੇ ਆ ਔਰ ਕਦੇ ਕੋਈ ਉਲਝਿਆ ਹੋਇਆ ਮਸਲਾ ਹੁੰਦਾ ਹੈ ਉਹਨਾਂ ਤੋਂ ਸਲਾਹ ਵੀ ਲਿੱਤੀ ਜਾਂਦੀ ਹੈ, ਇਹੋ ਜਿਹੇ ਸ਼ਖਸ ਨਾਲ ਬਦਤਮੀਜ਼ੀ, ਧਮਕਾਇਆ ਜਾਣਾ ਕਿੰਨਾ ਵੱਡਾ ਆਫੈਂਸ ਮੰਨਦੇ ਹੋ? ਨਹੀਂ, ਮੈਨੂੰ ਇਹਦੇ ਬਾਰੇ ਨਹੀਂ ਪਤਾ ਕਿਸੇ ਸੀਨੀਅਰ ਐਡਵੋਕੇਟ ਨੂੰ ਉਹਨੇ ਬਦਤਮੀਜ਼ੀ ਨਾਲ ਪੇਸ਼ ਆਇਆ। ਜੇ ਬਦਤਮੀਜ਼ੀ ਨਾਲ ਪੇਸ਼ ਆਇਆ ਤਾਂ ਬਹੁਤ ਮਾੜੀ ਗੱਲ ਹੈ, ਲੇਕਿਨ ਮੈਂ ਇੱਕ ਵੀਡੀਓ ਜ਼ਰੂਰ ਦੇਖੀ ਸੀ ਜਿਹਦੇ ਵਿੱਚ ਉਹ ਇਹ ਕਹਿ ਰਹੇ ਸੀ ਫੂਲਕਾ ਸਾਹਿਬ ਮੇਰੇ ਅਸਤੀਫੇ ਦੇ ਜ਼ਿੰਮੇਵਾਰ ਹੈ। ਦੂਸਰਾ ਕਹਿ ਰਹੇ ਸੀ ਫੂਲਕਾ ਸਾਹਿਬ ਨੇ ਮੈਨੂੰ ਕਿਹਾ ਸੀ ਰਾਜਵਿੰਦਰ ਬੈਂਸ ਨੂੰ ਤੁਸੀਂ ਉੱਥੇ ਇੰਗੇਜ ਅਸਿਸਟੈਂਸ ਲੈ ਲਓ। ਰਾਜਵਿੰਦਰ ਬੈਂਸ ਕਹਿੰਦਾ ਮੈਨੂੰ ਫਿੱਟ ਨਹੀਂ, ਵਧੀਆ ਵਕੀਲ ਨਹੀਂ ਲੱਗਦਾ। ਔਰ ਜਿੰਨੇ ਐਡਵੋਕੇਟ ਜਨਰਲ ਆਫਿਸ ਦੇ ਵਕੀਲ ਆ ਸਾਰਿਆਂ ਤੇ ਕਿੰਤੂ ਪਰੰਤੂ ਕਰ ਰਹੇ ਸੀ ਵੀ ਉਹਨਾਂ ਨੂੰ ਕਾਨੂੰਨ ਨਹੀਂ ਆਉਂਦਾ, ਮੈਨੂੰ ਜ਼ਿਆਦਾ ਕਾਨੂੰਨ ਆਉਂਦਾ, ਮੈਂ ਖੁਦ ਬਹਿਸ ਕਰਨੀ ਚਾਹੀ ਸੀ, ਮੈਨੂੰ ਕਰ ਨਹੀਂ ਦਿੱਤੀ। ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਨ ਕਪੱਤੀ ਸੁਥਰਾ ਭਲਾ ਮਾਨਸ 160 ਦੇ 60 ਐਡਵੋਕੇਟ ਜਨਰਲ ਆਫਿਸ ਦੇ ਇਨਕਲੂਡਿੰਗ ਐਡਵੋਕੇਟ ਜਨਰਲ ਸਾਰਿਆਂ ਨੂੰ ਉਹ ਕਹਿ ਰਿਹਾ ਇਹਨਾਂ ਨੂੰ ਕਾਨੂੰਨ ਨਹੀਂ ਆਉਂਦਾ, ਫੂਲਕਾ ਸਾਹਿਬ ਨੂੰ ਨਹੀਂ ਆਉਂਦਾ, ਰਾਜਵਿੰਦਰ ਬੈਂਸ ਨੂੰ ਨਹੀਂ ਆਉਂਦਾ, ਮੈਨੂੰ ਹੀ ਆਉਂਦਾ ਹੈ। ਜੇ ਆਉਂਦਾ ਸੀ ਤਾਂ ਤੂੰ ਬਾਈ ਨੇਮ ਉਹਦੇ 'ਚ ਰਿਸਪੌਂਡ ਨੰਬਰ 3 ਪਾਰਟੀ ਹੈ, ਤੈਨੂੰ ਕਿਹਨੇ ਰੋਕਿਆ ਸੀ ਆਪਣੀ ਬਹਿਸ ਕਰ ਲੈਂਦਾ? ਜੇ ਬਾਈ ਨੇਮ ਵਕੀਲ ਪਾਰਟੀ ਹੈ, ਬੰਦਾ ਪਾਰਟੀ ਹੈ, ਤੇ ਉਹਨੂੰ ਤਾਂ ਰੋਕ ਹੀ ਨਹੀਂ ਸਕਦੀ, ਨਾ ਕਚਹਿਰੀ ਰੋਕ ਸਕਦੀ ਹੈ, ਨਾ ਵਕੀਲ ਰੋਕ ਸਕਦਾ, ਨਾ ਸਰਕਾਰੀ ਵਕੀਲ ਰੋਕ ਸਕਦਾ। ਬਾਈ ਨੇਮ ਹੈਗਾ ਤੂੰ ਆਪਦੀ ਬਹਿਸ ਕਰਦਾ, ਉੱਥੇ ਸੀਗਾ, ਦੱਸਦਾ ਪੱਖ। ਅੱਜ ਵੀ ਤੂੰ ਬਾਈ ਨੇਮ ਹੈਗਾ ਉਸ ਦਾ ਰਿਵਿਊ ਪਾ ਕੇ ਉਹਨੂੰ ਰਿਵਿਊ ਕਰਾ ਲਾ ਉਸ ਆਰਡਰ ਨੂੰ ਵੀ ਮੈਨੂੰ ਸੁਣਿਆ ਨਹੀਂ ਗਿਆ ਜੀ, ਮੈਂ ਬਹਿਸ ਕਰਨੀ ਚਾਹੁੰਦਾ, ਕਚਹਿਰੀ ਖੁੱਲ੍ਹੀ ਹੈ ਉਹਦੇ ਲਈ। ਹੁਣ ਪਾ ਦੇਣੀ ਚਾਹੀਦੀ ਐਪਲੀਕੇਸ਼ਨ ਵੀ ਮੈਂ ਬਾਈ ਨੇਮ ਹੈਗਾ, ਮੈਨੂੰ ਸੁਣਿਆ ਜਾਓ, ਮੇਰੇ ਵਕੀਲਾਂ ਨੂੰ ਪਹਿਲਾਂ ਨੂੰ ਬਹਿਸ ਨਹੀਂ ਕਰਨੀ, ਉਸ ਲਿਖ ਕੇ ਐਫੀਡੇਵਿਟ ਦੇ ਦੇਵੇ ਵੀ ਇਹ ਵਕੀਲ ਨਾ ਨਖਿੱਧ ਹੈਗੇ, ਇਹਨਾਂ ਨੂੰ ਨਹੀਂ ਕਾਨੂੰਨ ਆਉਂਦਾ, ਮੈਂ ਬਹਿਸ ਕਰਨੀ ਚਾਹੁੰਦਾ, ਬਹਿਸ ਕਰ ਲਵੇ, ਕਚਹਿਰੀ ਖੁੱਲੀ ਹੈ। ਲੇਕਿਨ ਤੁਹਾਨੂੰ ਲੱਗਦਾ ਇਹੋ ਜੀ ਜਿਹੜੀ ਕਹਿ ਸਕਦੇ ਆ ਇੰਨਾ ਕੁ ਹੌਸਲਾ ਹੋਊਗਾ? ਕਿਉਂਕਿ ਜਿਸ ਤਰ੍ਹਾਂ ਦਾ ਕਾਰਾ ਕੀਤਾ ਹੋਇਆ, ਜਿਸ ਤਰ੍ਹਾਂ ਦੇ ਕਮੈਂਟਸ ਜਜਮੈਂਟ ਦੇ ਵਿੱਚ ਆਏ ਨੇ, ਉਸ ਤੋਂ ਬਾਅਦ ਕੁਝ ਬੋਲਣ ਦੀ ਲੋੜ ਹੈ ਜਾਂ ਰਿਵਿਊ ਕਰਨ ਦੀ ਲੋੜ ਹੈ ਇਸ ਮਾਮਲੇ ਦੇ ਵਿੱਚ? ਕਿਉਂਕਿ ਕਮੈਂਟਸ ਬੇਸਿਕਲੀ ਕਾਰਿਆਪ੍ਰਣਾਲੀ ਨੂੰ ਸਾਬਿਤ ਕਰਦੇ ਹਨ ਕਿ ਆਖਿਰ ਮਨਸ਼ਾ ਕੀ ਸੀ, ਕਿਸ ਢੰਗ ਦੇ ਨਾਲ ਇਨਵੈਸਟੀਗੇਸ਼ਨ ਹੋਣੀ ਸੀ ਔਰ ਚਾਹੁੰਦੇ ਕੀ ਸੀ। ਇਹ ਮੈਂ ਨਹੀਂ ਇਹਨਾਂ ਚੀਜ਼ਾਂ ਤੇ ਕੁਛ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਇਹ ਤਾਂ ਉਹ ਦੇਖਣ ਰਿਵਿਊ ਪਾਉਣਾ ਕਿ ਨਹੀਂ ਪਾਉਣਾ, ਹਾਈ ਕੋਰਟ ਦੀ ਜਜਮੈਂਟ ਨੂੰ ਚੈਲੰਜ ਨਹੀਂ ਕਰਨਾ। ਤਾਂ ਕੁੰਵਰ ਵਿਜੇ ਪ੍ਰਤਾਪ ਜੀ, ਹੀ ਇਜ਼ ਦੀ ਅਫੈਕਟਡ ਪਰਸਨ, ਹੀ ਬੈਟਰ ਨੋਜ਼ ਹਾਊ ਟੂ ਰਿਜ਼ੋਲਵ ਦਿਸ ਇਸ਼ੂ। ਆਖਰੀ ਸਵਾਲ, ਕੱਲ ਜਿਹੜੀ ਬੈਠਕ ਹੋਣ ਵਾਲੀ ਹੈ ਉਸ ਦੇ ਵਿੱਚ ਅਗਰ ਤੁਹਾਡੀ ਡਿਮਾਂਡ ਦੇ ਅਨੁਰੂਪ
ਜਿਹੜੀ ਕੌਂਸਲ ਹੈ ਉਹ ਕੋਈ ਫੈਸਲਾ ਨਹੀਂ ਲੈ ਪਾਉਂਦੀ ਤੇ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਰਹੂਗਾ? ਨਹੀਂ, ਬਾਰ ਕੌਂਸਲ ਸਾਡੇ ਬੜੇ ਸਿਆਣੇ ਮੈਂਬਰ ਸਾਹਿਬ ਹਨ, ਮੈਂ ਪਹਿਲਾਂ ਦੱਸ ਚੁੱਕਿਆ, ਉਹ ਇਹਨੂੰ ਰਿਵਿਊ ਕਰਨਗੇ, ਇਹਦਾ ਡਿਸਪਲਿਨਰੀ ਕਮੇਟੀ ਦੀ ਮੈਂਬਰਸ਼ਿਪ ਵਾਪਸ ਲੈਣਗੇ। ਜੇ ਨਹੀਂ ਵਾਪਸ ਲੈਣਗੇ ਅਸੀਂ ਉਹਨਾਂ ਨੂੰ ਦੁਬਾਰਾ ਬੇਨਤੀ ਕਰਾਂਗੇ ਜਾਂ ਜੋ ਵੀ ਸਾਨੂੰ ਲੱਗੂਗਾ ਅਸੀਂ ਕਰਾਂਗੇ ਕਾਰਵਾਈ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਜਿਹੜੇ ਬਾਰ ਕੌਂਸਲ ਦੇ ਮੈਂਬਰ ਬਣਾਏ ਗਏ ਔਰ ਉਸ ਤੋਂ ਬਾਅਦ ਡਿਸਪਲਿਨਰੀ ਕਮੇਟੀ ਦੇ ਵਿੱਚ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਕੀਤਾ ਗਿਆ, ਉਸ ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਹਨ। ਹਾਲਾਂਕਿ ਕੱਲ੍ਹ ਇੱਕ ਬੈਠਕ ਹੋਣੀ ਹੈ ਬਾਰ ਕੌਂਸਲ ਦੀ, ਵੇਖਣ ਵਾਲੀ ਗੱਲ ਰਹੇਗੀ ਕਿ ਉਸ ਬੈਠਕ ਦੇ ਵਿੱਚ ਜਿਹੜਾ ਫੈਸਲਾ ਲਿੱਤਾ ਗਿਆ ਕੁੰਵਰ ਵਿਜੇ ਪ੍ਰਤਾਪ ਨੂੰ ਵਕੀਲ ਬਣਾਉਣ ਦਾ ਔਰ ਉਸ ਤੋਂ ਬਾਅਦ ਡਿਸਪਲਿਨਰੀ ਕਮੇਟੀ ਦੇ ਵਿੱਚ ਸ਼ਾਮਲ ਕਰਨ ਦਾ, ਉਸ ਨੂੰ ਲੈ ਕੇ ਜਿਹੜੇ ਬਾਰ ਕੌਂਸਲ ਦੇ 27 ਮੈਂਬਰ ਹੈ ਕੀ ਰਿਵਿਊ ਕਰਦੇ ਆ ਔਰ ਉਸ ਤੋਂ ਬਾਅਦ ਕੀ ਉਹਨਾਂ ਦਾ ਅਹਿਮ ਫੈਸਲਾ ਰਹਿੰਦਾ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।